सरकार ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਕੱਚੀ ਛੱਲੀ 5 ਮਿੰਟ ਭੱਠੀ 'ਚ ਤਪਣ ਤੋਂ ਬਾਅਦ ਉਹਦਾ ਰੇਟ ਹੈ ਜਿਹੜਾ ਉਹ ਡਬਲ ਹੋ ਜਾਂਦਾ ਹੈ। ਸਾਨੂੰ ਪੂਰੇ 7 ਸਾਲ ਹੋ ਗਏ ਇਸ ਮਹਿਕਮੇ ਦੇ ਵਿੱਚ ਆਪਦਾ 골ਡਨ ਟਾਈਮ ਦਿੱਤਾ ਸਾਨੂੰ ਇਸ ਮਹਿਕਮੇ 'ਚ ਤਪਦੇ ਹੋਇਆਂ ਨੂੰ, ਪਰ ਸਰਕਾਰ ਨੇ ਸਾਡਾ ਜਿਹੜਾ ਮੁੱਲ ਹੈ ਉਹ ਕੌਡੀ ਵੀ ਨਹੀਂ ਪਾਇਆ। ਅਸੀਂ ਕਦੇ ਬੂਟ ਪਾਲਸ਼ਾਂ ਕਰਦੇ ਹਾਂ, ਕਦੇ ਅਸੀਂ ਭੀਖ ਮੰਗਦੇ ਹਾਂ, ਕਦੇ ਅਸੀਂ ਇਸ ਸਰਕਾਰ ਦੇ ਝੂਠੇ ਲਾਰਿਆਂ ਨੂੰ ਗੁਬਾਰਿਆਂ ਤੇ ਬੰਨ੍ਹ ਕੇ ਹਵਾ ਚੜਾਉਂਦੇ ਹਾਂ। ਉਹਦਾ ਇੱਕੋ ਇੱਕ ਮਕਸਦ ਆ, ਅੱਜ ਅਸੀਂ ਛੱਲੀਆਂ ਵੇਚ ਕੇ ਪੈਸੇ ਇਕੱਠੇ ਕਰ ਰਹੇ ਹਾਂ। ਇੱਕੋ ਇੱਕ ਮਕਸਦ ਆ ਕਿ ਪੰਜਾਬ ਸਰਕਾਰ ਨੇ ਸਾਨੂੰ ਇੰਨਾ ਹੱਦ ਤੱਕ ਮਜਬੂਰ ਕਰ ਦਿੱਤਾ ਕਿ ਸਾਨੂੰ ਛੱਲੀਆਂ ਵੀ ਵੇਚਣੀਆਂ ਪੈ ਰਹੀਆਂ। ਜਦੋਂ ਸਰਕਾਰ ਦੇ ਵਾਅਦੇ ਖੋਖਲੇ ਆ, ਇਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰੇ ਦੇ ਸਾਰੇ ਆਊਟਸੋਰਸ ਕੰਮਾਂ ਨੂੰ ਪੱਕਾ ਕਰਾਂਗੇ। ਉਹ ਵਾਅਦੇ ਇਹਨਾਂ ਨੇ ਹੀ ਕੀਤੇ, ਅਸੀਂ ਤਾਂ ਵਿਰੋਧ ਕਰ ਰਹੇ ਹਾਂ ਵੀ ਤੁਸੀਂ ਉਹ ਵਾਅਦਿਆਂ ਨੂੰ ਪੂਰਾ ਕਰੋ। ਇੱਥੇ ਰੋਡ ਦੇ ਉੱਤੇ ਬੈਠੇ ਆ, ਇੰਨੀ ਗਰਮੀ ਇੰਨੀ ਤਪਸ਼, ਸਾਡੇ ਨਾਲ ਦੇ ਜਿਹੜੇ ਅਧਿਆਪਕ ਸਾਥੀ ਨੇ ਉਹ ਬਿਮਾਰ ਹੋ ਚੁੱਕੇ ਆ, ਹਸਪੀਟਲ ਦੇ ਵਿੱਚ ਦਾਖਲ ਹੈ, ਬਟ ਸਰਕਾਰ ਨੂੰ ਅੱਜ ਤੱਕ ਉਹਨਾਂ ਨੂੰ ਹੋਸ਼ ਹੀ ਨਹੀਂ ਆਈ। ਅਸੀਂ ਤਰੀਕੇ ਨਾਲ ਉਹਨਾਂ ਨੂੰ ਆਪਣੀਆਂ ਮੰਗਾਂ ਦੱਸੀਆਂ ਨੇ, ਪਰ ਸਰਕਾਰ ਹੈ ਜਿਹੜੀ ਉਹ ਸੁੱਤੀ ਪਈ ਹੈ। ਸਤਿ ਸ਼੍ਰੀ ਅਕਾਲ ਜੀ, ਮੈਂ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ। ਦੋਸਤੋ, ਇਸ ਵਕਤ ਦੁੱਖ ਨਿਵਾਰਨ ਸਾਹਿਬ ਗੁਰਦੁਆਰੇ ਦੇ ਬਿਲਕੁਲ ਬਾਹਰ ਅੱਜ ਕੁਝ ਲੋਕ ਛੱਲੀਆਂ ਵੇਚਦੇ ਨਜ਼ਰ ਆ ਰਹੇ ਹੈ। ਥਾਵਾਂ ਤੇ ਮੋਟਰਸਾਈਕਲਾਂ ਨੂੰ ਰੋਕ ਰਹੇ ਹੈ, ਬੱਸਾਂ ਦੇ ਵਿੱਚ ਚੜ੍ਹ ਕੇ ਛੱਲੀਆਂ ਵੇਚ ਰਹੇ ਹੈ। ਇਸ ਦੇ ਵਿੱਚ ਕੁਝ ਮਹਿਲਾਵਾਂ, ਕੁਝ ਪੁਰਸ਼ ਨਜ਼ਰ ਆ ਰਹੇ ਹੈ ਜੋ ਕਿ ਛੱਲੀਆਂ ਵੇਚ ਰਹੇ ਹੈ। ਉਹਨਾਂ ਛੱਲੀਆਂ ਦੀ ਦੁਕਾਨ ਤੁਹਾਨੂੰ ਦਿਖਾ ਦਈਏ। ਇੱਧਰਲੇ ਪਾਸੇ ਦੁਕਾਨ ਲਾਈ ਹੋਈ ਹੈ ਜਿੱਥੇ ਛੱਲੀਆਂ ਭੁੰਨੀਆਂ ਜਾ ਰਹੀਆਂ ਤੇ ਬੱਸਾਂ ਦੇ ਵਿੱਚ ਜਾ ਕੇ ਵੇਚੀਆਂ ਜਾ ਰਹੀਆਂ, ਵਿਕਰੀ ਕੀਤੀ ਜਾ ਰਹੀ ਹੈ। ਸੋ ਕੌਣ ਨੇ ਇਹ ਲੋਕ ਜਿਹੜੇ ਇਸ ਤਰ੍ਹਾਂ ਛੱਲੀਆਂ ਵੇਚ ਰਹੇ, ਕਿਉਂਕਿ ਪਹਿਰਾਵੇ ਤੋਂ ਇਹ ਛੱਲੀਆਂ ਵੇਚਣ ਵਾਲੇ ਲੱਗ ਨਹੀਂ ਰਹੇ। ਸੋ ਤੁਹਾਨੂੰ ਇੱਧਰਲੇ ਪਾਸੇ ਦਿਖਾ ਦਈਏ ਬੋਰਡ NSQF, ਵੋਕੇਸ਼ਨਲ ਅਧਿਆਪਕਾਂ ਨੂੰ ਪੱਕੇ ਕਰੋ। ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਵੋਕੇਸ਼ਨਲ ਅਧਿਆਪਕ ਜੋ ਕਿ ਕਿਸੇ ਨੌਜਵਾਨ ਨੂੰ ਰੋਜ਼ਗਾਰ ਮੁਹੱਈਆ ਕਰਨ ਦੇ ਵਿੱਚ ਜਿਹੜਾ ਹੈ ਕਾਰਗਰ ਸਾਬਿਤ ਹੁੰਦੇ ਆ, ਉਹ ਅੱਜ ਆਪ ਬੇਰੁਜ਼ਗਾਰਾਂ ਦੀ ਤਰ੍ਹਾਂ ਛੱਲੀਆਂ ਵੇਚਦੇ ਨਜ਼ਰ ਆ ਰਹੇ ਹੈ। ਸੋ ਇਹ ਤਸਵੀਰਾਂ ਕਿਤੇ ਨਾ ਕਿਤੇ ਸੋਚਣ ਲਈ ਮਜਬੂਰ ਕਰਦੀਆਂ ਕਿ ਇਹ ਟੀਚਰ ਕਿਸੇ ਨੂੰ ਕੀ ਪੜ੍ਹਾ ਕੇ ਉਹਦਾ ਭਵਿੱਖ ਬਣਾਉਣਗੇ ਜੋ ਆਪ ਛੱਲੀਆਂ ਵੇਚਣ ਲਈ ਮਜਬੂਰ ਨੇ। ਇਹਨਾਂ ਨੇ ਲਿਖਿਆ ਮੰਤਰੀਆਂ ਨੂੰ ਛੱਲੀਆਂ 'ਚ ਭਾਰੀ ਛੋਟ, ਮਤਲਬ ਜੇਕਰ ਕੋਈ ਮੰਤਰੀ ਆ ਜਾਂਦਾ ਤੇ ਉਹਨੂੰ ਛੋਟ ਵੀ ਦਿੱਤੀ ਜਾਊਗੀ। ਗੱਲਬਾਤ ਕਰਦੇ ਆ ਇੱਥੇ ਜਿਹੜੇ ਅਧਿਆਪਕ ਨੇ। ਕਿਹੜਾ ਸਬਜੈਕਟ ਪੜ੍ਹਾਉਂਦੇ ਹੋ ਮੈਡਮ ਤੁਸੀਂ? NSQF ਕੀ ਸਿਖਾਉਂਦੇ ਹੋ ਬੱਚਿਆਂ ਨੂੰ? ਅਸੀਂ ਸਾਰਾ ਕੁਝ ਸਕਿੱਲਸ ਦਾ ਸਿਖਾਉਂਦੇ ਹਾਂ ਇਹਦੇ ਵਿੱਚ ਬੱਚਿਆਂ ਨੂੰ। ਜਿਵੇਂ ਮੇਰਾ ਸਬਜੈਕਟ ਬਿਊਟੀ ਐਂਡ ਵੈਲਨੈਸ ਹੈ, ਐਦਾਂ ਹੀ ਇਹਦੇ ਵਿੱਚ 12 ਸਬਜੈਕਟ ਨੇ ਸਾਡੇ, ਅਲੱਗ-ਅਲੱਗ ਵਿਸ਼ੇ ਪੜ੍ਹਾਉਂਦੇ ਆਪਾਂ ਬੱਚਿਆਂ ਨੂੰ। ਇਹਦੇ ਵਿੱਚ ਬੱਚਿਆਂ ਨੂੰ ਪੜ੍ਹਾਉਂਦੇ ਹੋ, ਉਹਨਾਂ ਦਾ ਭਵਿੱਖ ਬਣਾਉਣ ਦੇ ਵਿੱਚ ਤੁਸੀਂ ਕਾਰਗਰ ਸਾਬਿਤ ਹੁੰਦੇ ਹੋ। ਅੱਜ ਤੁਸੀਂ ਛੱਲੀਆਂ ਹੱਥ ਦੇ ਵਿੱਚ ਲੈ ਕੇ 10-10 ਰੁਪਏ ਦੀਆਂ ਛੱਲੀਆਂ ਵੇਚਦੇ ਹੋ, ਕੀ ਕਾਰਨ ਹੈ? ਹਾਂਜੀ, ਇਹਦਾ ਇੱਕੋ ਹੀ ਕਾਰਨ ਹੈ ਜੀ। ਅਸੀਂ ਇਹ ਸਰਕਾਰ ਨੂੰ ਇੱਕ ਮੈਸੇਜ ਦੇਣਾ ਚਾਹੁੰਦੇ ਆ ਕਿ ਇੱਕ ਕੱਚੀ ਛੱਲੀ 5 ਮਿੰਟ ਭੱਠੀ 'ਚ ਤਪਣ ਤੋਂ ਬਾਅਦ ਉਹਦਾ ਰੇਟ ਹੈ ਜਿਹੜਾ ਉਹ ਡਬਲ ਹੋ ਜਾਂਦਾ ਹੈ। ਸਾਨੂੰ ਪੂਰੇ 7 ਸਾਲ ਹੋ ਗਏ ਇਸ ਮਹਿਕਮੇ ਦੇ ਵਿੱਚ ਆਪਦਾ 골ਡਨ ਟਾਈਮ ਦਿੱਤਾ ਸਾਨੂੰ ਇਸ ਮਹਿਕਮੇ 'ਚ ਤਪਦੇ ਹੋਇਆਂ ਨੂੰ, ਪਰ ਸਰਕਾਰ ਨੇ ਸਾਡਾ ਜਿਹੜਾ ਮੁੱਲ ਹੈ ਉਹ ਕੌਡੀ ਵੀ ਨਹੀਂ ਪਾਇਆ। ਉਲਟਾ ਸਾਨੂੰ ਜਿੰਨੀ ਪੇ ਤੇ ਉਹਨਾਂ ਨੇ ਜੌਬ ਤੇ ਰੱਖਿਆ ਸੀ, ਸਾਡੀ ਜਿਹੜੀ ਤਨਖਾਹ ਉਦੋਂ ਘਟ ਗਈ ਹੈ। ਅਸੀਂ ਸਰਕਾਰ ਨੂੰ ਕਹਿੰਦੇ ਆ ਕਿ ਹੁਣ ਸਾਨੂੰ ਜਿਹੜਾ ਸਾਡਾ ਬਣਦਾ ਜਿਹੜਾ ਯੋਗ ਸਾਡੀ ਤਨਖਾਹ ਸਾਨੂੰ ਦਿੱਤੀ ਜਾਵੇ। ਇਹ ਇੱਕ ਸਾਡਾ ਸਰਕਾਰ ਨੂੰ ਮੈਸੇਜ ਹੈ ਕਿ ਇੱਕ ਜੇ ਛੱਲੀ 5 ਮਿੰਟ ਇੱਕ ਭੱਠੀ 'ਚ ਰਹਿ ਕੇ 5 ਰੁਪਿਆਂ ਦੀ ਛੱਲੀ ਤੋਂ 20 ਰੁਪਿਆਂ ਦੀ ਜਾ ਕੇ ਛੱਲੀ ਬਣ ਜਾਂਦੀ ਹੈ, ਤਾਂ ਇੱਕ ਨੌਜਵਾਨ, ਇੱਕ ਐਜੂਕੇਸ਼ਨ ਦਾ ਜੋ ਸਿਰਜਣਹਾਰ ਹੈ ਬੱਚਿਆਂ ਦਾ, ਪੰਜਾਬ ਦੇ ਭਵਿੱਖ ਨੂੰ ਸਿਰਜਣ ਵਾਲਾ ਜਾਂ ਦੇਸ਼ ਨੂੰ ਸਿਰਜਣ ਵਾਲਾ, ਉਹ 7 ਸਾਲ ਸਰਕਾਰ ਦੀ ਭੱਠੀ ਦੇ ਵਿੱਚ ਤਪਦਾ ਹੈ। ਉਹ ਪੱਕਾ ਨਹੀਂ ਹੋ ਸਕਦਾ ਕਿ ਉਹਨੂੰ ਉਹਦੀ ਯੋਗ ਕੀਮਤ ਨਹੀਂ ਮਿਲ ਸਕਦੀ, ਕਿ ਉਹਦੀ ਯੋਗ ਤਨਖਾਹ ਉਹਨੂੰ ਨਹੀਂ ਮਿਲ ਸਕਦੀ। ਇਹ ਛੱਲੀਆਂ ਵੇਚ ਕੇ ਅਸੀਂ ਸਰਕਾਰ ਤੱਕ ਇਹ ਮੈਸੇਜ ਪਹੁੰਚਾਉਣਾ ਚਾਹੁੰਦੇ ਹਾਂ। ਸੋ ਤੁਸੀਂ ਦੇਖਿਆ ਕੀ ਸੰਦੇਸ਼ ਪਹੁੰਚਾਉਣਾ ਚਾਹੁੰਦੇ ਆ। ਅਧਿਆਪਕ ਹੈ, ਪੜ੍ਹੇ ਲਿਖੇ ਤਰੀਕੇ ਨਾਲ ਸੰਦੇਸ਼ ਦੇਣਾ ਚਾਹੁੰਦੇ ਆ। ਐਗਜ਼ਾਮਪਲ ਦਿੰਦੇ ਆ ਕਿ ਛੱਲੀ ਜਿਹੜੀ ਕੱਚੀ ਹੈ ਭੁੰਨ ਕੇ ਉਹਦਾ ਰੇਟ ਡਬਲ ਹੋ ਜਾਂਦਾ। ਤੁਹਾਨੂੰ ਦੱਸ ਦਈਏ ਲਗਭਗ 1 ਮਹੀਨਾ ਇਹਨਾਂ ਨੂੰ ਹੋਣ ਵਾਲਾ ਹੋ ਗਿਆ। ਕਦੇ ਜੁੱਤੇ ਪਾਲਿਸ਼ ਕੀਤੇ ਗਏ, ਕਦੇ ਭੀਖ ਮੰਗੀ ਗਈ, ਕਦੇ ਭਾਂਡੇ ਖੜਕਾਏ ਗਏ, ਕਦੇ ਢੋਲ ਵਜਾਏ ਗਏ। ਇਸ ਤਰ੍ਹਾਂ ਦੇ ਮੁਜ਼ਾਹਰੇ ਕੀਤੇ, ਸਾਥੀ ਇਹਨਾਂ ਦੇ ਬਿਮਾਰ ਵੀ ਹੋਏ। ਕਈ ਵਾਰ ਮੁੱਖ ਮੰਤਰੀ ਦੇ ਘਰ ਦਾ ਘਿਰਾਵ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ। ਰਾਏ ਸਾਹਿਬ ਸਿੰਘ ਸਾਡੇ ਨਾਲ ਮੌਜੂਦ ਨੇ ਜੋ ਕਿ ਪ੍ਰਧਾਨ ਨੇ ਇਸ ਮੋਰਚੇ ਦੇ। 28 ਦਿਨ ਹੋ ਚੁੱਕੇ ਹੈ, ਤੁਸੀਂ ਇੱਥੇ ਬੈਠੇ ਹੋ, ਬਿਮਾਰੀਆਂ ਵੀ ਘਟ ਰਹੇ। ਕੀ ਲੱਗਦਾ ਸਰਕਾਰ ਸੁਣਦੀ ਕਿਉਂ ਨਹੀਂ ਹੈ? ਗੋਲੀ ਬਣੀ ਹੋਈ ਆ, ਸਾਰਾ ਕੁਝ ਪਤਾ। ਇਹ ਉਹਦੀਆਂ ਹੀ ਨੀਤੀਆਂ ਬਣਾਈਆਂ ਹੋਈਆਂ ਜਿਨ੍ਹਾਂ ਦੇ ਅਸੀਂ ਸ਼ਿਕਾਰ ਆ। ਪਿਛਲੇ 28 ਦਿਨਾਂ ਤੋਂ ਸਾਡਾ ਧਰਨਾ ਚੱਲ ਰਿਹਾ, ਦਿਨ ਰਾਤ ਅਸੀਂ ਇੱਥੇ ਕੱਟ ਰਹੇ ਹਾਂ, ਬੁਰੇ ਹਾਲਾਤਾਂ ਵਿੱਚ ਕੱਟ ਰਹੇ ਹਾਂ। ਅਸੀਂ ਕਦੇ ਬੂਟ ਪਾਲਸ਼ਾਂ ਕਰਦੇ ਹਾਂ, ਕਦੇ ਅਸੀਂ ਭੀਖ ਮੰਗਦੇ ਹਾਂ, ਕਦੇ ਅਸੀਂ ਇਸ ਸਰਕਾਰ ਦੇ ਝੂਠੇ ਲਾਰਿਆਂ ਨੂੰ ਗੁਬਾਰਿਆਂ ਤੇ ਬੰਨ੍ਹ ਕੇ ਹਵਾ ਚੜਾਉਂਦੇ ਹਾਂ। ਉਹਦਾ ਇੱਕੋ ਇੱਕ ਮਕਸਦ ਆ, ਅੱਜ ਅਸੀਂ ਛੱਲੀਆਂ ਵੇਚ ਕੇ ਪੈਸੇ ਇਕੱਠੇ ਕਰ ਰਹੇ ਹਾਂ। ਇੱਕੋ ਇੱਕ ਮਕਸਦ ਆ ਕਿ ਪੰਜਾਬ ਸਰਕਾਰ ਨੇ ਸਾਨੂੰ ਇੰਨਾ ਹੱਦ ਤੱਕ ਮਜਬੂਰ ਕਰ ਦਿੱਤਾ ਕਿ
ਕਿ ਸਾਨੂੰ ਛੱਲੀਆਂ ਵੀ ਵੇਚਣੀਆਂ ਪੈ ਰਹੀਆਂ। ਕਿਉਂਕਿ ਜਦੋਂ ਪੰਜਾਬ ਸਰਕਾਰ ਦੇ ਕੋਲੇ ਮੀਟਿੰਗ ਵਿੱਚ ਜਾਂਦੇ ਆ, ਇੱਕੋ ਹੀ ਗੱਲ ਕਹਿੰਦੇ ਆ, ਸਰਕਾਰ ਦਾ ਖਜ਼ਾਨਾ ਖਾਲੀ ਆ। ਜੇ ਖਾਲੀ ਆ ਤਾਂ ਅਸੀਂ ਆਹ ਹੀਲੇ ਕਰ ਕਰਕੇ ਉਹ ਖਜ਼ਾਨਾ ਭਰਾਂਗੇ, ਪਰ ਸਾਡੇ ਹੱਕ ਸਾਨੂੰ ਦਿੱਤੇ ਜਾਣ, ਸਾਡੀਆਂ ਮੰਗਾਂ ਪੂਰੀਆਂ ਕੀਤੀਆਂ ਜਾਣ। ਸੋ ਇਹਨਾਂ ਦੀ ਮੰਗ ਕੋਈ ਬਹੁਤ ਵੱਡੀ ਮੰਗ ਨਹੀਂ। ਇਹਨਾਂ ਦਾ ਕਹਿਣਾ ਜਿਸ ਤਰ੍ਹਾਂ ਅਸੀਂ ਪੜ੍ਹਾ ਰਹੇ ਹਾਂ ਉਸ ਤਰ੍ਹਾਂ ਹੀ ਸਾਨੂੰ ਤਨਖਾਹ ਦਿੱਤੀ ਜਾਵੇ, ਪ੍ਰਾਈਵੇਟ ਕੰਪਨੀਆਂ ਨੂੰ ਵਿੱਚੋਂ ਬਾਹਰ ਕੱਢ ਦਿੱਤਾ ਜਾਵੇ। ਇੱਕ ਵਾਰ ਮੀਟਿੰਗ ਹੁੰਦੀ ਹੈ, ਮੀਟਿੰਗ ਦੇ ਵਿੱਚ ਇਹਨਾਂ ਨੂੰ ਲੱਗਦਾ ਕਿ ਲੋਲੀਪੌਪ ਦਿੱਤਾ ਗਿਆ, ਫਿਰ ਆ ਕੇ ਇਹ ਲੋਲੀਪੌਪ ਵੀ ਵੰਡਦੇ ਆ। ਉਸ ਤੋਂ ਬਾਅਦ ਕੋਈ ਨਵਾਂ ਲੋਲੀਪੌਪ ਮਿਲਿਆ ਜੀ? ਬਿਲਕੁਲ ਜੀ, ਹਰ ਵਾਰ ਲੋਲੀਪੌਪ ਤੇ ਲੋਲੀਪੌਪ ਮਿਲਦੇ ਆ। ਕਦੇ ਕਹਿ ਦਿੰਦੇ ਆ ਕੰਪਨੀਆਂ ਨੂੰ ਅਸੀਂ ਬਾਹਰ ਨਹੀਂ ਕੱਢ ਸਕਦੇ, ਕਦੇ ਕਹਿ ਦਿੰਦੇ ਆ ਕੰਪਨੀਆਂ ਨੂੰ ਘਾਟਾ ਪੈਂਦਾ, ਕਦੇ ਕਹਿ ਦਿੰਦੇ ਆ ਵੀ ਤੁਸੀਂ ਕੰਪਨੀਆਂ ਦੇ ਮੁਲਾਜ਼ਮ ਹੋ, ਕਦੇ ਕਹਿ ਦਿੰਦੇ ਆ ਡਿਪਾਰਟਮੈਂਟ ਨਾਲ ਗੱਲ ਕਰੋ। ਪਰ ਅੱਜ ਦੀ ਡੇਟ ਵਿੱਚ ਤੁਸੀਂ ਦੇਖੋ, ਸਰਕਾਰੀ ਸਕੂਲਾਂ ਵਿੱਚ ਜਾ ਕੇ ਦੇਖੋ, ਸਭ ਤੋਂ ਵੱਧ ਸਾਡਾ ਕੰਮ ਉੱਥੇ ਕੀਤਾ ਜਾ ਰਿਹਾ। ਸਾਰੇ ਦਾ ਸਾਰਾ ਸਟਾਫ ਸਾਡੇ ਕੰਮ NSQF ਅਧਿਆਪਕਾਂ ਦੇ ਕੰਮ ਵਿੱਚ ਉਲਝਿਆ ਹੋਇਆ। ਉਹ ਸਾਰੇ ਕੋਈ ਡਾਟਾ ਕਲੈਕਟ ਕਰਨਾ, ਕੋਈ ਬੱਚਿਆਂ ਦੀ ਕਲੈਕਸ਼ਨ ਕਰਨੀ ਆ, ਬੱਚਿਆਂ ਦੇ ਬਾਰੇ ਡਾਟੇ ਬਾਰੇ ਗੱਲ ਕਰਨੀ ਆ, ਸਟੇਟ ਲੈਵਲ ਤੋਂ ਲੈ ਕੇ ਡਿਸਟ੍ਰਿਕਟ ਲੈਵਲ ਤੱਕ, ਸਕੂਲ ਲੈਵਲ ਤੱਕ ਸਾਰੇ ਦਾ ਸਾਰਾ ਕੰਮ NSQF ਅਧਿਆਪਕਾਂ ਦੇ ਨਾਲ ਰਿਲੇਟਡ ਆ। ਫਿਰ ਜਦੋਂ ਇੰਨਾ ਕੰਮ ਸਕੂਲਾਂ ਵਿੱਚ ਮੋਸਟ ਆਫ ਦਾ ਵਰਕ ਆ ਜਿਹੜਾ ਉਹ NSQF ਨਾਲ ਜੁੜਿਆ ਹੋਇਆ, ਫਿਰ ਉਹ ਜਿਹੜੇ ਅਧਿਆਪਕ ਆ ਉਹਨਾਂ ਨੂੰ ਕਿਉਂ ਸ਼ੋਸ਼ਣ ਦੇ ਵਿੱਚ ਸੁੱਟਿਆ ਜਾ ਰਿਹਾ? ਸਾਨੂੰ 7 ਸਾਲ ਹੋ ਗਏ ਆ ਛੱਲੀਆਂ ਨੂੰ ਤੁਸੀਂ ਦੇਖ ਸਕਦੇ ਆ ਕਿ ਛੱਲੀਆਂ ਦੀ ਕੀਮਤ ਕੱਚੀ ਤੋਂ ਭੁੰਨਣ ਤੋਂ ਬਾਅਦ ਉਹਦੀ ਕੀਮਤ ਪੈ ਜਾਂਦੀ ਆ, ਇੱਕ ਕੀਮਤ ਤੋਂ ਬਾਅਦ ਉਹਦੀ ਕੀਮਤ ਦੁੱਗਣੀ ਤਿੱਗਣੀ ਹੋ ਜਾਂਦੀ ਆ। ਕੀ ਅਸੀਂ 7 ਸਾਲਾਂ 'ਚ ਸਰਕਾਰ ਦੀ ਭੱਠੀ ਵਿੱਚ ਹਾਲੇ ਤੱਕ ਨਹੀਂ ਭੁੰਨੇ ਗਏ? ਸਰਕਾਰ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਅਸੀਂ ਕੱਚੇ ਆ ਜਾਂ ਪੱਕੇ ਆ? ਜਦੋਂ ਸਾਡੇ ਹਰ ਤਰ੍ਹਾਂ ਦੇ ਕੰਮ ਸਾਡੇ ਤੋਂ ਲਏ ਆ ਸਰਕਾਰ ਨੇ, ਫਿਰ ਸਾਨੂੰ ਇੰਨਾ ਪਰਖਣ ਤੋਂ ਬਾਅਦ ਵੀ ਜੇ ਸਰਕਾਰ ਨਹੀਂ ਕਹਿੰਦੀ ਕਿ ਅਸੀਂ ਉਹਨਾਂ ਦੇ ਮੁਲਾਜ਼ਮ ਆ, ਫਿਰ ਸਾਡੇ ਤੋਂ ਇੱਦੇ ਕੰਮ ਕਿਉਂ ਲੈ ਰਹੀ ਆ ਸਰਕਾਰ? ਸਾਡੇ ਤੋਂ ਡਿਕਲੇਅਰ ਕਰੇ, ਨੋਟਿਸ ਕੱਢੇ ਕਿ ਅਸੀਂ ਇਹਨਾਂ ਤੋਂ ਆਹ ਕੰਮ ਨਹੀਂ ਲੈਣਾ। ਜਦੋਂ ਸਰਕਾਰ ਦੇ ਵਾਅਦੇ ਖੋਖਲੇ ਆ, ਇਹਨਾਂ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਹਾ ਸੀ ਕਿ ਅਸੀਂ ਸਾਰੇ ਦੇ ਸਾਰੇ ਆਊਟਸੋਰਸ ਕੰਮਾਂ ਨੂੰ ਪੱਕਾ ਕਰਾਂਗੇ। ਉਹ ਵਾਅਦੇ ਇਹਨਾਂ ਨੇ ਹੀ ਕੀਤੇ, ਅਸੀਂ ਤਾਂ ਵਿਰੋਧ ਕਰ ਰਹੇ ਹਾਂ ਵੀ ਤੁਸੀਂ ਉਹ ਵਾਅਦਿਆਂ ਨੂੰ ਪੂਰਾ ਕਰੋ। ਤੁਹਾਨੂੰ ਇੱਥੇ ਇੱਕ ਗੱਲ ਹੋਰ ਸਾਫ਼ ਕਰ ਦਈਏ ਕਿ ਇਹ ਸਕੂਲਾਂ 'ਚ ਪੜ੍ਹਾਉਣ ਵਾਲੇ ਅਧਿਆਪਕ ਨਹੀਂ, ਬਲਕਿ ਉਹ ਅਧਿਆਪਕ ਨੇ ਜਿਹੜੇ ਕਿਸੇ ਵੀ ਯੁਵਕ ਨੂੰ ਉਸ ਕਾਬਿਲ ਬਣਾਉਂਦੇ ਆ ਵੀ ਉਹ ਆਪਣਾ ਪਰਿਵਾਰ ਚਲਾਉਣ ਦੇ ਕਾਬਿਲ ਹੋ ਜਾਵੇ, ਰੋਜ਼ਗਾਰ ਕਮਾਉਣ ਦੇ ਕਾਬਿਲ ਹੋ ਜਾਵੇ। 12 ਸਬਜੈਕਟਾਂ ਦੇ ਵਿੱਚ ਸਟੱਡੀ ਦਿੰਦੇ ਆ ਜਿਹਦੇ ਨਾਲ ਕਿ ਉਹ ਬੱਚਾ ਇਸ ਕਾਬਿਲ ਹੋ ਜਾਂਦਾ ਕਿ ਉਹ ਆਪਣਾ ਪਰਿਵਾਰ ਚਲਾ ਸਕੇ। ਪਰ ਮਜਬੂਰੀ ਦੇਖੋ, 28 ਦਿਨ ਹੋ ਗਏ ਇੱਥੇ ਧੁੱਪ 'ਚ ਸੜਦਿਆਂ ਨੂੰ, ਕਈ ਬਿਮਾਰ ਹੋ ਗਏ, ਹਰ ਰੋਜ਼ ਕੋਈ ਨਾ ਕੋਈ ਪ੍ਰਦਰਸ਼ਨ ਕਰਦੇ ਆ। ਮੰਗ ਕੀ ਹੈ ਕਿ ਸਾਡੀ ਤਨਖਾਹ ਉਸ ਲਾਇਕ ਹੋ ਜਾਵੇ ਕਿ ਸਾਡਾ ਪਰਿਵਾਰ ਪਲ ਸਕੇ। ਸੋ ਅੱਜ ਕਿੰਨੀ ਤਨਖਾਹ ਲੈਂਦੇ ਹੋ ਜੀ ਤੇ ਕਿੰਨੀ ਦੀ ਇੱਛਾ ਰੱਖਦੇ ਹੋ? ਦੇਖੋ ਜੀ, ਸਾਨੂੰ ਕਾਗਜ਼ਾਂ ਵਿੱਚ 17,325 ਤਨਖਾਹ ਦਿੱਤੀ ਜਾਂਦੀ ਆ, ਪਰ ਉਹ ਕਾਗਜ਼ਾਂ ਵਿੱਚ ਹੀ ਆ। ਜਿਵੇਂ ਕਾਗਜ਼ਾਂ ਵਿੱਚ ਕਈ ਵਾਰੀ ਸਰਕਾਰੀ ਪੁਲ ਬਣੇ ਆ ਤੇ ਡੱਗੇ ਆ, ਉਸੇ ਤਰ੍ਹਾਂ ਕਾਗਜ਼ਾਂ ਵਿੱਚ 17,325 ਤਨਖਾਹ ਦਿੱਤੀ ਜਾਂਦੀ ਆ, ਪਰ ਇਨ ਹੈਂਡ ਸਾਡੇ ਕੋਲੇ 11,000 ਸਮਥਿੰਗ ਪਹੁੰਚਦੀ ਆ। ਉਹ 11,000 ਜਿਹੜੀ 900 ਰੁਪਿਆ ਸਾਡੇ ਕੋਲ ਸੈਲਰੀ ਪਹੁੰਚਦੀ ਆ, ਉਹ ਕੱਟ ਕਟਾ ਕੇ 6-7 ਹਜ਼ਾਰ ਰੁਪਿਆ ਉਹ ਜਦੋਂ ਅਸੀਂ ਹੱਕ ਮੰਗਦੇ ਆ ਕਿ ਸਾਨੂੰ ਸਾਡੇ ਹੱਕ ਦਿੱਤੇ ਜਾਣ, ਸਾਨੂੰ ਦੱਸਿਆ ਜਾਵੇ ਉਹ ਪੈਸਾ ਕਿੱਥੇ ਜਾ ਰਿਹਾ, ਉਹਦੇ ਵਿੱਚ ਪੂਰਤੀ ਨਹੀਂ ਕੀਤੀ ਜਾ ਰਹੀ ਇਹਨਾਂ ਤੋਂ। ਜਦੋਂ ਉਹਦੀ ਅਸੀਂ ਪੁਸ਼ਟੀ ਕੀਤੀ, ਅਸੀਂ RTI ਵਗੈਰਾ ਪਾਈ, ਅਸੀਂ ਪੂਰੇ ਇਹਨਾਂ ਤੋਂ ਸਵਾਲ ਖੜੇ ਕੀਤੇ, ਤਾਂ ਸਾਨੂੰ ਜਾ ਕੇ ਪਤਾ ਲੱਗਿਆ 17,325 ਚੋਂ ਜਿਹੜਾ EPF ਉਹ ਕੱਟ ਰਹੇ ਆ। ਉਹ EPF ਜਿਹੜਾ ਸਾਡਾ ਹਿੱਸਾ ਸੀ, EMPLOYE ਦਾ ਹਿੱਸਾ ਸੀ, ਉਹ ਵੀ ਸਾਡੀ ਤਨਖਾਹ ਚੋਂ। ਜਿਹੜਾ EMPLOYER ਦਾ ਹਿੱਸਾ ਸੀ, ਜਿਹੜਾ ਕੰਪਨੀ ਨੇ ਆਪਦੇ ਕੋਲੋਂ ਪਾਉਣਾ ਸੀ, ਉਹ ਵੀ ਸਾਡੀ ਤਨਖਾਹ ਚੋਂ। ਤੁਸੀਂ ਦੇਖੋ ਕਿੱਡਾ ਵੱਡਾ ਘਾਣ ਸਾਡੇ ਨਾਲ ਹੋ ਰਿਹਾ। ਫਿਰ ਸਾਨੂੰ ਉਹ ਸਾਰਾ ਦਾ ਸਾਰਾ ਪੈਸਾ ਸਾਡੇ ਖਾਤੇ ਵਿੱਚ ਪਾ ਕੇ ਕਹਿ ਦਿੱਤਾ ਜਾਂਦਾ ਕਿ ਤੁਹਾਡੀ ਤਨਖਾਹ ਵਧੀ ਹੋਈ ਆ, ਤੁਹਾਡੀ ਸੇਵਿੰਗ ਵਧ ਗਈ। ਅਸੀਂ ਬੇਵਕੂਫ ਨਹੀਂ ਹੈਗੇ, ਅਸੀਂ ਵੀ ਡਿਗਰੀਆਂ ਲਈਆਂ, ਅਸੀਂ ਵੀ ਪੜ੍ਹਾ ਰਹੇ ਹਾਂ, 7 ਸਾਲਾਂ ਤੋਂ ਪੜ੍ਹਾ ਰਹੇ ਹਾਂ। ਸੋ ਸਾਨੂੰ ਬੇਵਕੂਫ ਬਣਾਉਣਾ ਬੰਦ ਕਰੇ ਸਰਕਾਰ, ਸਾਡੇ ਹੱਕ ਸਾਨੂੰ ਦੇਵੇ। ਤੇ ਜਿਹੜੀ ਸਾਡੀ ਮੰਗ ਆ ਉਹ ਇਹ ਹੈਗੀ ਹੈ ਕਿ ਕੰਪਨੀਆਂ ਨੂੰ ਸਕੂਲਾਂ ਵਿੱਚੋਂ ਬਾਹਰ ਕੱਢਿਆ ਜਾਵੇ, ਸਾਨੂੰ ਸਿੱਖਿਆ ਵਿਭਾਗ ਦੇ ਵਿੱਚ ਲਿਆਂਦਾ ਜਾਵੇ। ਤੇ ਦੂਸਰੀ ਸਾਡੀ ਵੱਡੀ ਮੰਗ ਹੈਗੀ ਆ ਕਿ ਸਾਡੀ ਤਨਖਾਹ 40,000 ਕੀਤੀ ਜਾਵੇ। ਕਿਉਂਕਿ ਅਸੀਂ ਬਰਾਬਰ ਕੰਮ ਕਰ ਰਹੇ ਹਾਂ। ਰੈਗੂਲਰ ਅਧਿਆਪਕ 80,000 90,000 ਤਨਖਾਹ ਲੈ ਰਹੇ ਨੇ, ਅਸੀਂ ਬਰਾਬਰ ਕੰਮ ਕਰਦੇ ਹਾਂ। ਸਾਡੇ ਕੰਮ ਵਿੱਚ ਜਾਂ ਤਾਂ ਫਰਕ ਕੱਢੇ ਜਾਂ ਸਰਕਾਰ ਫਰਕ ਕੱਢੇ ਕਿ ਇਹਨਾਂ ਦਾ ਆਹ ਕੰਮ ਆ, ਇਹਨਾਂ ਦਾ ਆਹ ਕੰਮ ਆ। ਜਦੋਂ ਅਸੀਂ ਸਾਰਾ ਕੰਮ ਬਰਾਬਰ ਕਰਦੇ ਹਾਂ, ਫਿਰ ਤਨਖਾਹ ਵੀ ਸਾਨੂੰ 40,000 ਰੁਪਇਆ ਦਿੱਤੀ ਜਾਵੇ। ਸੋ ਤੁਸੀਂ ਦੇਖਿਆ ਕਿ ਵੱਡੀ ਤਰਾਸ਼ਦੀ ਇਹ ਹੈ ਕਿ ਜਦੋਂ ਤਨਖਾਹ ਦੀ ਗੱਲ ਆਉਂਦੀ ਹੈ, ਕਾਗਜ਼ਾਂ ਦੇ ਵਿੱਚ 17,000 ਪੈਂਦੀ ਹੈ, ਪਰ ਹੱਥ ਦੇ ਵਿੱਚ 11,900 ਰੁਪਏ ਆਉਂਦੀ ਹੈ। ਇਸ ਬਾਬਤ ਜਦੋਂ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਸਪਸ਼ਟ ਹੁੰਦਾ ਹੈ ਕਿ EMPLOYE ਦਾ EPF ਵੀ EMPLOYE ਦੀ ਜੇਬ ਚੋਂ ਕੱਟਿਆ ਜਾ ਰਿਹਾ ਤੇ EMPLOYER ਵਾਲਾ ਹਿੱਸਾ ਵੀ ਇਹਨਾਂ ਦੀ ਜੇਬ ਚੋਂ ਕੱਟਿਆ ਜਾ ਰਿਹਾ। ਮਤਲਬ ਸ਼ਰੇਆਮ ਧੋਖਾ ਕੀਤਾ ਜਾ ਰਿਹਾ। ਸੋ ਕਿਉਂ ਸਰਕਾਰ ਐਡੇ ਵੱਡੇ ਧੋਖੇ ਕਰਦੀ ਹੈ, ਉਹ ਵੀ ਟੀਚਰਾਂ ਦੇ ਨਾਲ। ਤੁਸੀਂ ਅੱਜ ਛੱਲੀਆਂ ਵੇਚ ਰਹੇ ਹੋ ਜੀ, ਕੰਮ ਤੁਹਾਡਾ ਬੱਚਿਆਂ ਨੂੰ ਪੜ੍ਹਾਉਣ ਦਾ, ਉਹਨਾਂ ਦਾ ਭਵਿੱਖ ਸੁਨਹਿਰੀ ਕਰਨ ਦਾ। ਕੀ ਸੋਚ ਕੇ ਛੱਲੀਆਂ ਵੇਚਦੇ ਹੋ? ਛੱਲੀਆਂ ਵੇਚਣ ਦੇ ਇਹਨਾਂ ਸਰਕਾਰਾਂ ਦੀ ਜਿਹੜੀ ਮਾਰੂ ਨੀਤੀਆਂ ਸਾਡੇ ਤੇ ਲਾਗੂ ਉਹਨਾਂ ਨੇ ਕੀਤੀਆਂ ਨੇ, ਉਹਨਾਂ ਨੇ ਸਾਨੂੰ ਮਜਬੂਰ ਕਰਤਾ ਕਿ ਅਸੀਂ ਅੱਜ ਬੱਚਿਆਂ ਨੂੰ ਪੜ੍ਹਾਉਣ ਦੀ ਥਾਂ ਤੇ ਇੱਥੇ ਰੋਡ ਦੇ ਉੱਤੇ ਬੈਠੇ ਆ। ਇੰਨੀ ਗਰਮੀ, ਇੰਨੀ ਤਪਸ਼, ਸਾਡੇ ਨਾਲ ਦੇ ਜਿਹੜੇ ਅਧਿਆਪਕ ਸਾਥੀ ਨੇ ਉਹ ਬਿਮਾਰ ਹੋ ਚੁੱਕੇ ਆ, ਹਸਪੀਟਲ ਦੇ ਵਿੱਚ ਦਾਖਲ ਹੈ। ਬਟ ਸਰਕਾਰ ਨੂੰ ਅੱਜ ਤੱਕ
ਉਹਨਾਂ ਨੂੰ ਹੋਸ਼ ਹੀ ਨਹੀਂ ਆਈ। ਅਸੀਂ ਤਰੀਕੇ ਨਾਲ ਉਹਨਾਂ ਨੂੰ ਆਪਣੀਆਂ ਮੰਗਾਂ ਦੱਸੀਆਂ ਨੇ, ਪਰ ਸਰਕਾਰ ਹੈ ਜਿਹੜੀ ਉਹ ਸੁੱਤੀ ਪਈ ਆ। ਉਹ ਨਾ ਤਾਂ ਸੁਣਦੀ ਆ, ਨਾ ਦੇਖਦੀ ਆ, ਨਾ ਬੋਲਦੀ ਆ ਕੁਝ। ਜਦੋਂ ਮੀਟਿੰਗਾਂ ਲੈਂਦੀ ਆ, ਮੀਟਿੰਗਾਂ ਦੇ ਵਿੱਚ ਅਸੀਂ ਜੋ ਮਰਜ਼ੀ ਉਹਨਾਂ ਨੂੰ ਕਹਿ ਦਈਏ, ਉਹ ਐਂਡ ਦੇ ਵਿੱਚ ਇੱਕ ਗੱਲ ਜਾ ਕੇ ਖਤਮ ਕਰ ਦਿੰਦੀ ਹੈ, ਤੁਸੀਂ ਪ੍ਰਾਈਵੇਟ ਕੰਪਨੀਆਂ ਵੱਲੋਂ ਰੱਖੇ ਗਏ ਹੋ। ਰੱਖਿਆ ਕਿਹਨੇ ਹੈ? ਪ੍ਰਾਈਵੇਟ ਕੰਪਨੀਆਂ ਆਈ ਕਿੱਥੋਂ ਆ? ਸਰਕਾਰੀ ਸਕੂਲਾਂ ਦੇ ਵਿੱਚ ਜਿੱਥੇ ਹਰ ਇੱਕ ਚੀਜ਼ ਸਰਕਾਰ ਦੇ ਅੰਡਰ ਹੁੰਦੀ ਆ, ਉੱਥੇ ਪ੍ਰਾਈਵੇਟ ਕੰਪਨੀਆਂ ਕਿੱਥੋਂ ਆਈਆਂ? ਸਾਨੂੰ ਉਹਨਾਂ ਦੇ ਕੰਟਰੈਕਟ ਦਿੱਤਾ, ਸਰਕਾਰ ਨੇ ਦਿੱਤਾ ਕੰਪਨੀਆਂ ਨੂੰ, ਤਾਂ ਉਹਨਾਂ ਨੇ ਜਾ ਕੇ ਅੱਜ ਸਾਡਾ ਸ਼ੋਸ਼ਣ ਕਰ ਰਹੀਆਂ ਨੇ। ਉਹ ਨਾ ਸਾਨੂੰ ਕੋਈ ਮੈਡੀਕਲ ਛੁੱਟੀ, ਨਾ ਸਾਡੀ ਤਨਖਾਹਾਂ ਪੂਰੀਆਂ ਦਿੰਦੇ ਨੇ, ਤੇ ਸਰਕਾਰ ਉਸ ਟਾਈਮ ਨਹੀਂ ਬੋਲਦੀ ਜਦੋਂ ਡਿਊਟੀਆਂ ਲਾਣੀਆਂ ਹੁੰਦੀਆਂ। ਕੋਵਿਡ ਦੇ ਵਿੱਚ NSQF ਅਧਿਆਪਕ, ਜਦੋਂ ਕਿਸੇ ਹੋਰ BPO ਦੀ ਡਿਊਟੀਆਂ ਨੇ NSQF ਅਧਿਆਪਕ, ਹਰ ਇੱਕ ਟਾਈਮ ਕੰਮ ਦੇ ਵੇਲੇ NSQF ਅਧਿਆਪਕ। ਜਦੋਂ ਉਹਨਾਂ ਦੇ ਪਰਿਵਾਰਾਂ ਦੀ ਸੁਰੱਖਿਆ ਆਉਂਦੀ ਹੈ, ਉਹਨਾਂ ਦੀ ਜੋਬ ਸਿਕਿਉਰਿਟੀ ਆਉਂਦੀ ਹੈ, ਉਸ ਟਾਈਮ NSQF ਅਧਿਆਪਕ ਹੈ ਜਿਹੜੇ ਆਊਟਸੋਰਸ ਨੇ। ਸਰਕਾਰ ਨੇ ਖੁਦ ਕਿਹਾ ਸੀ ਆਊਟਸੋਰਸ ਖਤਮ ਕਰ ਦਾਂਗੇ। ਅਸੀਂ ਉਹਨਾਂ ਦੇ ਬੋਲ ਹੀ ਉਹਨਾਂ ਨੂੰ ਯਾਦ ਕਰਾ ਰਹੇ ਹਾਂ। ਤੁਸੀਂ ਕਿਹਾ ਸੀਗਾ ਤੇ ਹੁਣ ਮੰਨੋ, ਤੇ ਸਾਨੂੰ ਆ ਜਿਹੜੇ ਸਾਡੇ ਬਣਦਾ ਜਿਹੜਾ ਮਾਣ ਸਤਿਕਾਰ ਹੈ ਸਾਨੂੰ ਦਿੱਤਾ ਜਾਏ। ਅਸੀਂ ਕੰਮ ਸਰਕਾਰੀ ਅਧਿਆਪਕਾਂ ਦੇ ਬਰਾਬਰ ਕਰਦੇ ਹਾਂ, ਤੇ ਸਾਨੂੰ ਸਤਿਕਾਰ ਵੀ ਉਵੇਂ ਦਾ ਚਾਹੀਦਾ। ਤੇ ਅਸੀਂ ਤਾਂ ਕਿ ਅਸੀਂ ਜਿਹੜਾ ਹੁਣ ਕੰਮ ਕਰ ਰਹੇ ਹਾਂ, ਅਸੀਂ ਸਕਿੱਲ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਾਂ ਬੱਚਿਆਂ ਨੂੰ, ਜਿਹੜਾ ਇੱਕ ਕੁਆਲੀਫਾਈਡ ਕਰਦੇ ਹਾਂ ਤਾਂ ਕਿ ਉਹ ਮਾਰਕੀਟ ਦੇ ਵਿੱਚ ਜਾਣ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ। ਸਾਡੇ ਵੀ ਪਰਿਵਾਰ ਨੇ, ਸਾਡੇ ਵੀ ਸੁਪਨੇ, ਅਸੀਂ ਉਹ ਵੀ ਪੂਰੇ ਕਰਨੇ ਆ। ਅੱਜ ਦੇ ਜਿਹੜੇ ਸਾਡੇ ਸਾਥੀ ਨੇ, ਕੋਈ 40 ਸਾਲ ਦਾ ਹੋ ਚੁੱਕਿਆ, ਕੋਈ 45 ਸਾਲ ਦਾ ਹੋ ਚੁੱਕਿਆ, ਉਹਨਾਂ ਨੇ ਆਪਣੇ 골ਡਨ ਪੀਰੀਅਡ ਜਿਹੜਾ ਹੈ ਨਾ, ਉਹ ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕਰਕੇ ਦਿੱਤਾ। ਅੱਜ ਜੀ ਸਰਕਾਰਾਂ ਕਹਿੰਦੀਆਂ ਨੇ ਜੀ ਤੁਸੀਂ ਛੱਡ ਦਿਓ, ਫਿਰ ਜੇ ਨਹੀਂ ਤੁਹਾਡੇ ਤੋਂ ਹੁੰਦਾ ਛੱਡ ਕੇ ਕੀ ਕਰੀਏ? ਡਿਗਰੀਆਂ ਨੇ, ਮਾਸਟਰ ਹੋਲਡਰਸ ਹੈ, PhD ਹੈ, MPhil ਹੈ, ਤੇ ਉਹ ਟਾਈਮ ਜਾ ਚੁੱਕਿਆ ਜਦੋਂ ਸਰਕਾਰੀ ਜੋਬ ਦੇ ਵਾਸਤੇ ਜਿਹੜਾ ਅਪਲਾਈ ਕਰ ਸਕਦੇ ਸੀ। ਹੁਣ ਅਸੀਂ ਕੀ ਕਰੀਏ? ਸਰਕਾਰੀ ਸਕੂਲਾਂ ਦੇ ਵਿੱਚ ਕੰਮ ਕੀਤਾ ਤੇ ਸਾਨੂੰ ਸਾਡਾ ਬਣਦਾ ਮਾਣ ਸਤਿਕਾਰ ਦਿੱਤਾ ਜਾਏ, ਸਾਡੀ ਤਨਖਾਹਾਂ ਵਧਾਈਆਂ ਜਾਣ, ਸਾਨੂੰ ਮੈਡੀਕਲ ਛੁੱਟੀ ਦਿੱਤੀ ਜਾਏ ਜੀ। ਸੋ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ 28 ਦਿਨਾਂ ਤੋਂ ਇਸ ਥਾਂ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਟੈਂਟ ਲੱਗਿਆ ਹੋਇਆ। ਹਰ ਰੋਜ਼ ਤੁਹਾਨੂੰ ਇਹਨਾਂ ਦੀ ਐਕਟੀਵਿਟੀ ਦਿਖਾਉਂਦੇ ਆ। ਇਹ ਟੀਚਰ ਨੇ ਆਪਣੇ ਹੱਕਾਂ ਦੇ ਲਈ ਸੜਕਾਂ ਤੇ ਆ ਰਹੇ ਆ। ਜੇਕਰ ਗੁਰੂ ਦਾ ਇਹ ਹਾਲ ਹੋਊਗਾ ਤੇ ਕਿਸ ਤਰ੍ਹਾਂ ਦੇ ਇਹ ਸਟੂਡੈਂਟਸ ਨੂੰ ਤਿਆਰ ਕਰਨਗੇ, ਕਿਸ ਤਰ੍ਹਾਂ ਉਹ ਆਪਣਾ ਉਜਵਲ ਭਵਿੱਖ ਬਣਾ ਪਾਣਗੇ, ਕਿਸ ਤਰ੍ਹਾਂ ਪਰਿਵਾਰ ਨੂੰ ਪਾਲਣਗੇ। ਮਤਲਬ ਸਮਾਜ ਨੂੰ ਸਿਰਜਣ ਵਾਲਾ ਅੱਜ ਸੜਕਾਂ ਤੇ ਖੜਾ, ਤੇ ਕਿਸ ਤਰ੍ਹਾਂ ਦਾ ਸਮਾਜ ਸਿਰਜਿਆ ਜਾਏਗਾ ਤੁਸੀਂ ਅੰਦਾਜ਼ਾ ਲਗਾ ਲਓ। 28 ਦਿਨ ਹੋ ਗਏ ਇਹਨਾਂ ਨੂੰ ਆਪਣੀਆਂ ਮੰਗਾਂ ਲਈ ਇੱਥੇ ਲੜਦਿਆਂ ਨੂੰ। ਤੁਸੀਂ ਦੇਖ ਸਕਦੇ ਹੋ ਸਾਰੇ ਅਧਿਆਪਕ ਨੇ, ਇਹ ਸਾਰੇ ਬੱਚਿਆਂ ਨੂੰ ਪੜ੍ਹਾਉਣ ਵਾਲੇ ਲੋਕ ਨੇ। ਇਹ 28 ਦਿਨ ਤੋਂ ਇੱਥੇ ਬੈਠੇ ਆ ਲੋਕ, ਇਹਨਾਂ ਦੇ ਬਿਮਾਰ ਹੋ ਰਹੇ ਆ। ਖੁਦ ਜਿਹੜਾ ਪ੍ਰਧਾਨ ਹੈ ਉਹਦੇ ਡਿਪ ਲੱਗੀ ਰਹੀ ਕਈ ਦਿਨ। ਸੋ ਕਿਉਂਕਿ ਇੱਥੇ ਸਹੀ ਸਹੂਲਤਾਂ ਨਹੀਂ ਮਿਲਦੀਆਂ, ਉਸ ਤੋਂ ਬਾਅਦ ਐਡੀ ਗਰਮੀ ਦੇ ਵਿੱਚ ਇੱਥੇ ਬੈਠਣਾ ਬਹੁਤ ਮੁਸ਼ਕਲ ਹੈ। ਸੋ ਇਹ ਸਾਰਾ ਸੰਘਰਸ਼ ਕੀਤਾ ਜਾ ਰਿਹਾ ਹੈ ਆਪਣੇ ਹੱਕਾਂ ਦੇ ਲਈ। ਸੋ ਦੇਖਣਾ ਇਹ ਹੋਵੇਗਾ ਕਦੋਂ ਜਾਗਦੀ ਹੈ ਸਰਕਾਰ ਤੇ ਇਹਨਾਂ ਵੱਲ ਦੇਖਦੀ ਹੈ, ਤਾਂ ਜੋ ਇਹਨਾਂ ਨੂੰ ਇਹਨਾਂ ਦੇ ਹੱਕ ਮਿਲ ਸਕਣ। ਕੈਮਰਾਮੈਨ ਸੰਦੀਪ ਸਿੰਘ ਦੇ ਨਾਲ ਅਨੁਰਾਗ ਸ਼ਰਮਾ, ਡੇਲੀ ਪੋਸਟ ਪੰਜਾਬੀ ਲਈ ਪਟਿਆਲਾ ਤੋਂ।